सत श्री अकाल। मैं कमलपाल सिंह, तुसीं वेख रहे हो साझा पंजाब USA। मैं हाज़र लैके पंजाबी खबरां ते आओ फिर रुख करदे हां पहली खबर दा। जिथे पूरे देश में हाड़ी की फसल कणक पूरी तरह पक चुकी है तो किसान अपनी पक्की हुई फसल को कट के मंडियां में लिया रहे हैं। जिथे कणक की सरकारी खरीद 1 अप्रैल तो शुरू की गई है। कणक की फसल देर नाल पकन करके 1 अप्रैल को मंडी में कोई भी किसान अपनी नवी कणक लैके नहीं पहुंचा। जिवें जिवें कणक पक रही है उस तरह ही किसान अपनी फसल की कटाई करवा के मंडी लिया के वेच रहे हैं। इस नूं देखते हुए जिला श्री मुक्तसर साहिब की अनाज मंडी में आम आदमी पार्टी के मौजूदा विधायक जगदीप सिंह काका बराड़ वालों मार्केट कमेटी के सैकटरी और अधिकारियों को नाल लैके कणक की खरीद शुरू करवाई गई है। उन्हां दे नाल मंडी के आड़तीए और सरकार वालों निर्धारित कीतियां एजेंसियां के उच्च अधिकारी भी मौजूद सन। मेरा नाम जी गुरतेज सिंह है जी, मुंडे धूड़कोट जी। कणक लेके आए हो पहले दिन? हाँ जी, पहले दिन कणक लेके आए सां बस। हाँ, प्रशासन ਦੇ ਪ੍ਰਬੰਧ ਸਰਕਾਰ ਤੋਂ ਵੱਲੋਂ ਕਿਹਾ ਜਾ बहुत ਵਧੀਆ ਲੱਗ ਰਿਹਾ ਜੀ। ਇਹੋ ਜਿਹਾ ਤਾਂ ਅਸੀਂ ਪਹਿਲੀ ਵਾਰ ਪ੍ਰੋਗਰਾਮ ਵੇਖਿਆ ਜਿਹੜਾ ਅੱਜ ਪਹਿਲੀ ਬੋਲੀ ਤੇ ਆ ਕੇ ਪਹਿਲੇ ਹੱਲੇ ਹੀ ਜਿਹੜਾ 12 ਵਜੇ ਨੂੰ ਕੰਮ ਨਿਬੜ ਗਿਆ ਤੇ ਕਿੱਥੇ ਅਸੀਂ ਆਥਣੇ 5-6 ਵਜੇ ਤੱਕ ਵੇਂਦੇ ਰਹਿੰਦੇ ਆ ਸਰਕਾਰਾਂ ਨੂੰ। ਬਹੁਤ ਵਧੀਆ ਸਿਸਟਮ ਆ ਜੀ, ਬਹੁਤ ਵਧੀਆ। ਕਿੰਨਾ ਨਿਕਲਿਆ ਜੀ ਕਣਕ ਦਾ? ਮੁਕਤਸਰ 12 ਜੀ। ਮੁਕਤਸਰ 12 ਹਾਂ ਜੀ। ਰੇਟ ਸਰਕਾਰੀ ਬੋਲੀ ਕੀ ਲੱਗੀ? ਸਰਕਾਰੀ ਰੇਟ 2015 ਰੁਪਏ ਜੀ। ਕਿੰਨੀਆਂ ਢੇਰੀਆਂ ਲੈ ਕੇ ਆਏ ਹੋ? ਅਸੀਂ 3 ਟਰਾਲੀਆਂ ਅਸੀਂ ਲੈ ਕੇ ਆਏ ਸਾਂ ਜੀ। 3 ਟਰਾਲੀਆਂ ਲੈ ਕੇ? हाँ जी, हाँ जी, 3 ट्रालियां लेके आए थे जी। ਦੋਸਤੋ ਜੀ ਪ੍ਰਬੰਧਾਂ ਤੋਂ ਜੇ हाँ जी, ਸੰਤੁਸ਼ਟ ਹੋ ਇਸ ਤੋਂ? हाँ जी, हाँ जी, बहुत ਵਧੀਆ। ਧੂੜਕੋਟ ਤੋਂ ਵੈਸੇ ਧੂੜਕੋਟ ਪਿੰਡ ਤੋਂ। ਸੈਕਟਰ ਸਾਹਿਬ ਅੱਜ ਕਣਕ ਦੀ ਖਰੀਦ ਸ਼ੁਰੂ ਹੋਈ ਹੈ ਮੁਕਤਸਰ ਦੇ ਵਿੱਚ, ਕੀ ਰੇਟ ਰੱਖਿਆ ਗਿਆ? ਸਰਕਾਰੀ ਬੋਲੀ ਕਿੰਨੇ ਤੇ ਹੋਈ ਹੈ? ਕਿਸ ਤਰ੍ਹਾਂ ਦੇ ਪ੍ਰਬੰਧ ਨੇ? ਮਾਰਕੀਟ ਕਮੇਟੀ ਮੁਕਤਸਰ ਦੇ ਅਧੀਨ ਕੁੱਲ 35 ਮੰਡੀਆਂ ਆਉਂਦੀਆਂ ਜੀ, ਜਿਹਦੇ ਵਿੱਚ ਸਫਾਈ, ਬਿਜਲੀ, ਪਾਣੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਆ। ਅੱਜ ਜਿਹੜੀ ਹੈਗੀ ਆ ਮੁੱਖ ਮੰਡੀ ਵਿਖੇ ਬੋਲੀ ਲੱਗੀ ਆ 2015 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਜਿਹੜਾ ਸਰਕਾਰੀ ਰੇਟ ਹੈ ਜੀ। ਪ੍ਰਬੰਧ ਕਿਸ ਤਰ੍ਹਾਂ ਦੇ ਨੇ? ਪੀਣ ਵਾਲੇ ਪਾਣੀ ਦਾ? ਬਿਲਕੁਲ ਜੀ, ਬਿਲਕੁਲ ਜੀ। ਸਭ ਤੋਂ ਜ਼ਿਆਦਾ ਹੁੰਦੀ ਹੈ ਵੀ ਕਣਕ ਦੀ ਇੱਥੋਂ ਬਹੁਤ ਸਾਰੀ ਚੋਰੀ ਵੀ ਹੁੰਦੀ ਹੈ। ਬਿਲਕੁਲ ਜੀ। ਤੁਹਾਡੇ ਵੱਲੋਂ ਕਿਸ ਤਰ੍ਹਾਂ? ਜਿਹੜਾ ਹੈਗਾ ਜੀ ਪਸ਼ੂਆਂ ਨੂੰ ਰੋਕਣ ਵਾਸਤੇ ਅਸੀਂ ਜਿਹੜੇ ਚਾਰੇ ਪਾਸੇ 6 ਗੇਟ ਜਿਹੜੇ ਆ ਕੈਟਲ ਕੈਚਰ ਦੇ ਨਾਲ ਲਗਾਏ ਆ। ਉਹਦੇ ਤੋਂ ਇਲਾਵਾ 6 ਚੌਂਕੀਦਾਰ ਦਿਨ ਸਮੇਂ ਤੇ 6 ਚੌਂਕੀਦਾਰ ਹੀ ਅਸੀਂ ਰਾਤ ਸਮੇਂ ਰੱਖੇ ਆ, ਜਿਹੜੇ ਪਸ਼ੂਆਂ ਨੂੰ ਬਾਹਰ ਕੱਢ ਕੇ ਗੇਟਾਂ ਤੇ ਬੈਠਣਗੇ। ਪਾਣੀ ਵਾਸਤੇ 4 ਪੌ ਲੱਗੇ ਆ ਜੀ, ਜਿੱਥੇ ਅਸੀਂ ਕੈਂਪਰਾਂ ਦਾ ਆਰਓ ਪਾਣੀ ਜਿਹੜਾ ਹੈਗਾ ਜ਼ਿਮੀਂਦਾਰਾਂ ਲਈ ਪ੍ਰਬੰਧ ਕੀਤਾ ਹੈਗਾ। ਤੇ ਜੇ ਚੋਰੀ ਦੀ ਰੋਕਥਾਮ? ਚੋਰੀ ਵਾਸਤੇ ਜੀ ਅਸੀਂ ਜਿਹੜਾ ਹੈਗਾ ਚੌਂਕੀ ਇੰਚਾਰਜ ਜਿਹੜੇ ਆਪਣੇ ਬੱਸ ਅੱਡਾ ਚੌਂਕੀ ਇੰਚਾਰਜ ਨੇ ਉਹਨਾਂ ਨੂੰ ਲੈਟਰ ਵਗੈਰਾ ਲਿਖੇ ਆ। ਉਹਨਾਂ ਦੀ ਜਿਹੜੀ ਪੈਟਰੋਲਿੰਗ ਪਾਰਟੀ ਆ ਉਹ ਟਾਈਮ ਟੂ ਟਾਈਮ ਜਿਹੜੀ ਹੈਗੀ ਆ ਇੱਥੇ ਰਾਉਂਡ ਲਗਾਇਆ ਕਰਨਗੇ ਜੀ ਉਹਦੇ ਤੇ। ਹਾਂਜੀ। ਖਰੀਦ ਸ਼ੁਰੂ ਹੋਈ ਹੈ। ਪ੍ਰਬੰਧਾਂ ਤੇ ਪੂਰੀ ਨਿਗਾਹ ਰੱਖੀ ਜਾਊਗੀ। ਉਮੀਦ ਕਰਦੇ ਹਾਂ ਕਿ ਹਰੇਕ ਉੱਤੋਂ ਲੈ ਕੇ ਥੱਲੋਂ ਤਾਈਂ ਹਰੇਕ ਆਪਦੀ ਇਮਾਨਦਾਰੀ ਨਾਲ ਇਸ ਖਰੀਦ ਨੂੰ ਨੇਪਰੇ ਚਾੜਨ ਲਈ ਜ਼ੋਰ ਲਾਊਗਾ। ਕਿੰਨੀ ਤੋਂ ਸ਼ੁਰੂ ਹੋਈ ਅੱਜ ਖਰੀਦ? ਸਰਕਾਰੀ ਬੋਲੀ ਕੀ ਰੇਟ ਲਾਇਆ ਗਿਆ? ਰੇਟ ਕੀ ਹੈ ਜੀ ਦੱਸੋ? 2015 ਜੀ। 2015। ਕੀ ਲੱਗਦਾ ਕੀ ਹੈਗਾ? ਕੋਈ ਪਰੇਸ਼ਾਨੀਆਂ ਹੈਗੀਆਂ ਹੁਣ ਤੱਕ? ਕੋਈ ਗੱਲ ਹੋਈ ਜਾਂ ਵੇਖੋ ਜੀ ਪਰੇਸ਼ਾਨੀਆਂ ਆਉਣੀਆਂ, ਮਗਰਲੀਆਂ ਦਿੱਕਤਾਂ ਦੇ ਨਾਲ ਉਹ ਪਰੇਸ਼ਾਨੀਆਂ ਹਜੇ ਆਉਣੀਆਂ, ਪਰ ਹੌਲੀ ਹੌਲੀ ਦੂਰ ਹੋ ਜਾਣਗੀਆਂ ਜਿਵੇਂ ਜਿਵੇਂ ਹਾਲਾਤ ਵੇਖਣਗੇ। महंगाई के युग में हर एक इंसान का जीना औखा हो गया। घटना विधानसभा हल्का नाभा के पिंड थूही दी है, जिथे 44 साल कुलबीर कौर नां की औरत ने आर्थिक तंगी के चलदे अपनी जीवन लीला समाप्त कर ली है। पिंड वासियों ने दस्सिया कि मृतक के पति नूं सुणदा नहीं, जिसका काफ़ी इलाज करवाने तो बाद वो ठीक नहीं होया, जिसका तंदुरुस्त ना होने कारण परिवारक आर्थिक तौर पर पछड़ चुके हैं। जिक्रयोग है कि इस परिवार को सिर्फ 2 एकड़ जमीन है तो मृतक एक बेटी और एक बेटे नूं पिछे छड्ड गई है। मृतक के जवाई ने दस्सिया कि मेरी सੱਸ मानसिक तौर पर परेशान रहती थी क्योंकि परिवार के सिर से काफ़ी कर्जा है। पिंड वासियों ने सरकार तो मांग की कि परिवार का कर्जा मुआफ किया जाए। ਇਹ ਜੀ ਸਾਡੇ ਗਵਾਂਢੀ ਸੀਗੇ ਕੁਲਵੀਰ ਕੌਰ, ਸਾਡੀ ਚਾਚੀ ਜੀ ਲੱਗਦੀ ਸੀ ਘਰਾਂ 'ਚੋਂ, ਅਤੇ ਰਣਜੀਤ ਕੌਰ ਮਿੱਠੂ ਜੀ ਦੇ ਪਤਨੀ ਸੀਗੇ ਇਹ। ਅਤੇ ਕੱਲ੍ਹ ਪਤਾ ਲੱਗਿਆ ਕੁਛ ਜ਼ਹਿਰੀਲੀ ਚੀਜ਼ ਖਾ ਲਈ ਕੋਈ, ਉਹਦੇ ਕਰਕੇ ਡੈਥ ਹੋਈ ਹੈ। ਇਹ ਬੰਦਿਆਂ ਤੋਂ ਪਤਾ ਲੱਗਿਆ ਵੀ ਡਿਪਰੈਸ਼ਨ ਸੀਗੇ ਕੁਛ ਦਿਨ ਤੋਂ। ਕੋਈ ਘਰੇ ਗੱਲ ਕਰਦੇ ਸੀ ਵੀ ਕੀ ਬਣੂਗਾ ਜਿਵੇਂ ਬੱਚੇ ਤੋਂ ਪਤਾ ਲੱਗਿਆ ਵੀ ਬਸ ਥੋੜ੍ਹੇ ਘਣੇ ਡਿਪਰੈਸ਼ਨ ਦੇ ਵਿੱਚ ਸੀਗੇ, ਉਹਦੇ ਕਰਕੇ ਕੁਛ ਜ਼ਹਿਰੀਲੀ ਚੀਜ਼ ਖਾ ਲਈ। ਵੀ 2-3 ਲੱਖ ਰੁਪਈਆ 3 ਲੱਖ ਦੀ ਜਾਂ ਸ਼ਾਇਦ ਪਤਾ ਨਹੀਂ, ਇਹ ਤਾਂ ਪਤਾ ਲੱਗੂਗਾ ਵੀ ਕੁਛ ਬੈਂਕ ਦਾ ਕਰਜ਼ਾ ਕੁਰਜ਼ਾ, ਫਿਰ ਉਹਦੇ ਵਜ੍ਹਾ ਨਾਲ ਬਸ ਡਿਪਰੈਸ਼ਨ ਦੇ ਵਿੱਚ ਸੀਗੇ ਜੀ। ਆਰਥਿਕ ਤੰਗੀ ਹੈਗੀ ਸੀ ਜੀ। ਹਾਂਜੀ, ਸਰਕਾਰ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਜੀ ਵੀ ਕਿਵੇਂ ਨਾ ਕਿਵੇਂ ਜੰਜਾਲ 'ਚੋਂ ਕੱਢਿਆ ਜਾਵੇ ਪਰਿਵਾਰ ਨੂੰ। ਹਾਲਾਤ ਕਾਫੀ ਔਖੇ ਨੇ ਜੀ, ਆਰਥਿਕ ਪੱਧਰ ਤੋਂ ਕਾਫੀ ਕਮਜ਼ੋਰੀ ਹੈ ਜੀ।
ਕਿ ਬੱਚਾ ਜੀ ਨੇ ਉਹ ਵੀ ਡੈਫ ਨੇ, ਮਤਲਬ ਸੁਣਦਾ ਨਹੀਂ, ਉਹਨਾਂ ਨੂੰ ਸੁਣਾਈ ਨਹੀਂ ਦਿੰਦਾ ਜੀ। ਤੇ ਬੱਚਾ ਨਾਬਾਲਗ ਆ ਜੀ। ਉਹ ਤਾਂ ਜੀ ਬਚਪਨ ਤੋਂ ਨਹੀਂ ਸੁਣਦਾ, ਉਹਨਾਂ ਨੂੰ ਕਾਫੀ ਦੇਰ ਤੋਂ। ਹਾਂਜੀ, ਕੋਈ ਇਲਾਜ ਵਗੈਰਾ ਕਰਵਾਇਆ ਉਹਨਾਂ ਨੇ? ਹਾਂਜੀ, ਉਸ ਟਾਈਮ ਪਹਿਲਾਂ ਬਜ਼ੁਰਗਾਂ ਨੇ ਕਰਵਾਇਆ ਸੀਗਾ, ਪਰ ਹੁਣ ਮਤਲਬ ਕੋਈ ਪੁਖਤਾ ਇਲਾਜ ਨਹੀਂ ਹੋਇਆ, ਜਿਹਦੇ ਕਰਕੇ ਮਤਲਬ ਉਹ ਇਸ ਟਾਈਮ ਸੁਣਦਾ ਨਹੀਂ ਉਹਨਾਂ ਨੂੰ। ਹਾਂਜੀ ਹਾਂਜੀ, ਇਸ਼ਾਰਿਆਂ ਨਾਲ ਹੀ ਸਮਝਾਇਆ ਜਾਂਦਾ ਜੀ। ਜਿਹਨੇ ਡੈਥ ਹੋਈ ਹੈ ਕਿੰਨੀ ਕੋਈ ਜੀ 43 ਕੁ ਸਾਲ ਦੀ ਉਮਰ ਸੀਗੀ ਇਹਨਾਂ ਦੀ। ਇਹਦੇ ਬਾਰੇ ਤਾਂ ਇਹੀ ਕਹਿੰਦੇ ਜੀ, ਜੋ ਭਾਣਾ ਹੋਣਾ ਸੀ ਉਹ ਤਾਂ ਹੋ ਗਿਆ। ਹੁਣ ਜਿਸ ਤਰ੍ਹਾਂ ਆਪਣੇ ਮਿੱਠੂ ਸਿੰਘ ਜੀ ਵੀ ਕੰਨਾਂ ਤੋਂ ਬੋਲੇ ਨੇ ਜੀ, ਕੁਛ ਕਰ ਨਹੀਂ ਸਕਦੇ, ਸਾਰਿਆਂ ਨਾਲ ਹੀ ਸਮਝਦੇ ਨੇ, ਗ੍ਰਸਤੀ ਜੀਵਨ ਸਾਰਾ ਉਹਦੇ ਸਿਰ ਤੇ ਚੱਲ ਰਿਹਾ ਸੀ। ਕੁਛ ਜਿਹੜੇ ਆਪਾਂ ਨੇ ਦੱਸਿਆ ਜੀ, ਆਰਥਿਕ ਤੌਰ ਤੇ ਜਿਹੜੀ ਮਦਦ ਆ ਉਹ ਹੋਣੀ ਚਾਹੀਦੀ ਆ। ਆਪਣੇ ਇਹਨਾਂ ਨੂੰ ਕੀ ਕਹਿੰਦੇ ਹੁੰਦੇ ਨੇ ਜੀ, ਉਹਨਾਂ ਜਿਹੜੀ ਇਹਨਾਂ ਦਾ ਜਿੰਨਾ ਵੀ ਉਹ ਆ ਕਰਜ਼ਾ ਵਗੈਰਾ ਉਹ ਮਾਫ ਕਰਨਾ ਚਾਹੀਦਾ, ਕਿਉਂਕਿ ਹਸਬੈਂਡ ਵੀ ਇਹਨਾਂ ਦਾ ਡਿਸੇਬਿਲਟੀ ਹੋਆ ਜੀ। ਹਾਂਜੀ, ਆਰਥਿਕ ਤੰਗੀ ਹੋਆ ਜੀ। ਆਰਥਿਕ ਤੰਗੀ ਦੇ ਕਾਰਨ ਹੀ ਉਹਨਾਂ ਦੇ ਦਿਮਾਗ ਦੇ ਉੱਤੇ ਲੋਡ ਚੱਲਦਾ ਰਹਿੰਦਾ ਸੀਗਾ। ਜਿਹੜਾ ਦੇਣ ਲੈਣਾ ਜੀ ਥੋੜ੍ਹਾ ਬਹੁਤਾ ਇਹਨਾਂ ਦਾ, ਜਿਸ ਤਰ੍ਹਾਂ ਬੈਂਕਾਂ ਬੁੱਕਾਂ ਦੇ ਵਿੱਚੋਂ, ਉਹ ਮਾਫ ਹੋਣਾ ਚਾਹੀਦਾ ਜੀ। ਸਾਡੀ ਇਹੀ ਅਪੀਲ ਆ। ਦੇਖੋ, ਸਰਕਾਰ ਨੂੰ ਮੈਂ ਅਸੀਂ ਅਪੀਲ ਕਰਦੇ ਹਾਂ ਵੀ ਕੋਈ ਵੀ ਜਾਤੀ ਦਾ ਆਧਾਰ ਨਾ ਦੇਖ ਕੇ ਵੀ ਇਹਨਾਂ ਦੀ ਮਦਦ ਕਰੀ ਜਾਵੇ, ਕਿਉਂ ਪਰਿਵਾਰ ਬਹੁਤ ਜ਼ਿਆਦਾ ਕਮਜ਼ੋਰ ਆ ਜੀ। ਇਹਨਾਂ ਲਈ 2 ਏਕੜ ਜ਼ਮੀਨ ਆ ਜੀ, ਉਹ ਵੀ ਪਾਣੀ ਤੋਂ ਬਿਨਾਂ, ਟਿਊਬਵੈੱਲ ਤੋਂ ਬਿਨਾਂ ਹੀ ਹੋਵੇ, ਕਿਉਂਕਿ ਲਗਭਗ ਇਹਦੇ ਮਿਲ ਕੇ 30,000 ਰੁਪਏ ਠੇਕੇ 'ਤੇ ਚੜ੍ਹਦੀ ਆ। 60,000 ਘਰ ਦਾ ਪਰਿਵਾਰ ਦਾ ਗੁਜ਼ਾਰਾ ਨਹੀਂ ਹੁੰਦਾ। ਇਹ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਇਸੇ ਕਾਰਨ ਰਹਿੰਦੇ ਸੀ ਜੀ। ਉਹ ਵੀ ਵੱਡਾ ਕਰਨਾ ਨਹੀਂ ਸੁਣਿਆ ਜਾਂਦਾ, ਮਿਲ ਕੇ ਇਹਨੂੰ ਸੁਣਦਾ ਨਹੀਂ ਹੈਗਾ ਵੀ ਘਰ ਲੇਡੀਜ਼ ਮਿਲ ਕੇ ਸਾਰਾ ਘਰ ਪਰਿਵਾਰ ਚਲਾਉਂਦੀ ਸੀ। ਇੱਕ ਬੇਟੀ ਆ, ਉਹ ਲੱਖੇ ਵਾਲ ਵਿਆਹੀ ਹੋਈ ਆ, ਉਹ ਵੀ ਵਿਚਾਰੀ ਬਹੁਤ ਮਿਲ ਕੇ ਉਹ ਕਰਦੇ ਨੇ ਜੀ। ਇਹ ਬੇਟਾ 17 ਸਾਲ ਦਾ, ਉਹ 12ਵੀਂ ਦੇ ਵਿੱਚ ਪੜ੍ਹਦਾ ਜੀ। ਉਹ ਹੁਣ ਦੇਖੋ, ਸਰਕਾਰ ਨੂੰ ਇਹ ਅਪੀਲ ਕਰਦੇ ਵੀ ਇਹਨੂੰ ਰੁਜ਼ਗਾਰ ਦਿੱਤਾ ਜਾਵੇ, ਇਹਨਾਂ ਦੀ 3-4 ਲੱਖ ਦੀ ਲਿਮਟ ਵਗੈਰਾ, ਕਿਉਂਕਿ ਬੈਂਕ ਵਾਲੇ ਗੇੜਾ ਮਾਰਦੇ, ਉਹ ਡਿਪਰੈਸ਼ਨ ਦੇ ਵਿੱਚ ਜ਼ਿਆਦਾ ਰਹਿੰਦੇ ਸੀ ਇਹ। ਬੈਂਕ ਵਾਲੇ ਬਾਰ-ਬਾਰ ਗੇੜਾ ਮਾਰਦੇ ਰਹੇ ਵੀ ਕਿੱਥੋਂ ਹੱਲ ਕਰੀਏ। ਹੁਣ 60,000 ਇਹਨਾਂ ਦੇ ਠੇਕੇ ਚੜ੍ਹਦੀ ਆ 2 ਕਿੱਲੇ ਜੀ, ਤੇ ਬੈਂਕ ਕਿੱਥੋਂ ਭਰ ਦੇਣਗੇ ਜੀ। ਤੇ ਸਰਕਾਰ ਨੂੰ ਮਿਲ ਕੇ ਇਹ ਬੇਨਤੀ ਆ, ਦੇਖੋ ਆਮ ਆਦਮੀ ਪਾਰਟੀ ਬਹੁਤ ਇਮਾਨਦਾਰ ਸਰਕਾਰ ਬਣੀ ਆ, ਤਾਂ ਜ਼ਰੂਰ ਇਹਨਾਂ ਦਾ ਹੱਲ ਕਰਨਗੇ। ਦੇਖੋ ਮਾਂ ਤੇ ਜੀ। ਠੀਕ ਹੈ, ਹਾਂ ਜੀ, ਮੈਨੂੰ ਕੀ ਕਹਿਣਾ ਚਾਹੁੰਦੇ ਹੋ? ਹਾਂ, ਇਹਨਾਂ ਦੀ ਮੰਗ ਪੂਰੀ ਹੋਣੀ, ਜਿਹੜੇ ਕਰਜ਼ਾ ਮਾਫ ਹੋਏ ਜੀ। ਬਹੁਤ ਟੈਨਸ਼ਨ 'ਚ ਰਹਿੰਦੇ ਜ਼ਿਆਦਾ ਜੀ। ਜਿਹੜਾ ਬੇਟਾ ਜੀ ਆ ਵੀ ਨੌਕਰੀ ਸਰਕਾਰੀ ਕੋਈ ਮਿਲ ਜੇ ਜੀ, ਇਹਦਾ ਰੁਜ਼ਗਾਰ ਕੋਈ ਜੀ। ਬਾਕੀ ਜਿਹੜੇ ਡੈਡੀ ਜੀ ਨੇ ਇਹਨਾਂ ਨੂੰ ਸੁਣਦਾ ਘੱਟ ਆ ਜੀ, ਇਹਨਾਂ ਦਾ ਇਲਾਜ ਵੀ ਹੋਵੇ ਜੀ। ਉਹਨਾਂ ਦੇ ਇਲਾਜ ਖਰਚਾ ਆਇਆ ਹੋਊਗਾ? ਹਾਂ, ਇਲਾਜ ਤੇ ਪਹਿਲਾਂ ਕਰਾਇਆ ਦੀ ਜੀ ਬਜ਼ੁਰਗਾਂ ਨੇ ਜੀ। ਹਾਂ ਜੀ, ਇਹਨਾਂ ਦਾ ਇਲਾਜ ਹੋਣਾ ਚਾਹੀਦਾ ਜੀ। ਜੋ ਹਾਂਜੀ, ਕਰਜ਼ੇ ਜੀ। ਹਾਂ ਜੀ, ਬੈਂਕ ਵਾਲੇ ਗੇੜਾ ਮਾਰਦੇ ਤੇ ਜੀ। ਕੁਛ ਵੀ ਨਹੀਂ ਜੀ, ਰਾਤ ਸਾਨੂੰ ਇੱਕ 10:30 ਵਜੇ ਹਸਪੀਟਲ ਤੋਂ ਮੈਸੇਜ ਆਇਆ ਕਿ ਇੱਕ ਕੁਲਵੀਰ ਕੌਰ ਦੀ ਲੇਡੀਜ਼ ਜੋ ਕਿ ਬ੍ਰੌਡ ਡੈਡ ਆਈ ਆ। ਜਦੋਂ ਸਾਡੇ ਐਸਆਈ ਹਰਜਿੰਦਰ ਲਾਲ ਉਹਦੇ ਰੁਕੇ 'ਤੇ ਗਏ ਤਾਂ ਉਹਨਾਂ ਨੇ ਜਵਾਈ ਅਮਨਦੀਪ ਸਿੰਘ ਨੇ ਲਿਖਾਇਆ, ਉਹਨਾਂ ਦਾ ਬਿਆਨ ਲਿਖਿਆ। ਉਹਨਾਂ ਨੇ ਲਿਖਾਇਆ ਕਿ ਜਿਹੜੀ ਮੇਰੀ ਮਾਂ ਸੀ ਉਹ ਕੁਛ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦੀ ਸੀ, ਸੱਸ, ਉਹਨੇ ਗਲਤੀ ਨਾਲ ਕੋਈ ਦਵਾਈ ਖਾਧੀ ਤਾਂ ਕਰਕੇ ਅਚਾਨਕ ਡੈਥ ਹੋ ਗਈ। ਅਗਲੀ ਕਾਰਵਾਈ ਕੀ ਕਰ ਰਹੇ ਸੀ? ਅਮਨਦੀਪ ਦੇ ਬਿਆਨਾਂ 'ਤੇ ਇੱਕ 174 CRPC ਦੀ ਕਾਰਵਾਈ ਅਮਲ 'ਚ ਲਿਆਂਦੀ ਹੈ। ਲੇਡੀਜ਼ ਦਾ ਪੋਸਟਮਾਰਟਮ ਹੋ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਦਾ ਦੌਰਾ ਕਰਕੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਮੁੱਖ ਮੰਤਰੀ ਨੇ ਇੱਕ ਕਿਸਾਨ ਦੀ ਫਸਲ ਦੀ ਢੇਰੀ ਦੀ ਬੋਲੀ ਵੀ ਲਗਵਾਈ ਹੈ। ਉਹਨਾਂ ਨੇ ਕਿਹਾ ਹੈ ਕਿ ਬਾਹਰੀ ਸੂਬਿਆਂ ਤੋਂ ਕਣਕ ਪੰਜਾਬ ਨਹੀਂ ਆਉਣ ਦਿੱਤੀ ਜਾਵੇਗੀ। ਪੰਜਾਬ ਦੀਆਂ ਕਈ ਮੰਡੀਆਂ 'ਚ ਆ ਕੇ ਜੇਕਰ ਕੋਈ ਫਸਲ ਖਰੀਦਣਾ ਚਾਹੁੰਦਾ ਹੈ ਤਾਂ ਟੈਕਸ ਅਦਾ ਕਰਕੇ MSP ਤੋਂ ਉੱਪਰ ਖਰੀਦ ਸਕਦਾ ਹੈ। ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਖੰਨਾ ਦੇ ਵਿੱਚ ਆਏ ਹਾਂ। ਪਹਿਲੀ ਢੇਰੀ ਅੱਜ ਆਈ ਹੈ ਔਰ ਮੰਡੀਆਂ ਦੇ ਪ੍ਰਬੰਧਾਂ ਦਾ ਜਿਹੜਾ ਜਾਇਜ਼ਾ ਉਹ ਆਲਰੇਡੀ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਕਰ ਦਿੱਤਾ ਗਿਆ ਸੀਗਾ, ਪਰ ਅੱਜ ਮੈਂ ਖੁਦ ਦੇਖਣ ਆਇਆ। ਥੋੜ੍ਹਾ ਜਿਹਾ ਕਣਕ ਲੇਟ ਹੈ ਇਸ ਵਾਰ, ਤੇ ਝਾੜ ਵੀ ਮੈਨੂੰ ਪਤਾ ਲੱਗਿਆ ਥੋੜ੍ਹਾ ਘੱਟ ਗਿਆ। ਉਹ ਤਾਂ ਚਲੋ ਕੁਦਰਤ, ਮੌਸਮ, ਕਦੇ ਗਰਮੀ ਆ ਗਈ ਪਹਿਲਾਂ, ਕਦੇ ਗਰਮੀ ਲੇਟ ਆ ਗਈ, ਉਹਦੇ ਨਾਲ ਹੋ ਜਾਂਦਾ। ਸੋ ਕਿਸਾਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ, ਪੀਣ ਵਾਲੇ ਪਾਣੀ ਦੀ, ਬਾਥਰੂਮ ਦੀ, ਲੇਬਰ ਨੂੰ ਬੈਠਣ ਦੀ ਜਗ੍ਹਾ, ਤੇ ਟੋਟਲ 2262 ਮੰਡੀਆਂ ਨੇ ਪੰਜਾਬ 'ਚ। 1862 ਪੱਕੀਆਂ ਨੇ, 400 ਮੰਡੀਆਂ ਜਿਹੜੀਆਂ ਨੇ ਉਹ ਟੈਂਪਰੇਰੀ ਨੇ। ਕਰੋਨਾ ਵੇਲੇ ਉਹ ਬਣਾਈਆਂ ਸੀ, ਅਸੀਂ ਉਹਨਾਂ ਨੂੰ ਉਦੋਂ ਹੀ ਕੰਟੀਨਿਊ ਕਰ ਲਿਆ ਤਾਂ ਕਿ ਦਿੱਕਤ ਨਾ ਆਵੇ ਦੂਰ ਜਾਣ ਦੀ। 135 ਲੱਖ ਮੀਟ੍ਰਿਕ ਟਨ ਜਿਹੜੀ ਕਣਕ ਹੈ
ਉਹ ਆਉਣ ਦੀ ਉਮੀਦ ਹੈ, ਜਿਸ 'ਚੋਂ 9 ਤੋਂ 9.5 ਲੱਖ ਇਕੱਲੇ ਖੰਨਾ ਜ਼ਿਲ੍ਹੇ ਦੇ ਚੱਲ 135 ਚੋਂ। ਸੋ ਆਫੀਸਰਸ ਨੂੰ ਸਖਤ ਹਦਾਇਤਾਂ ਨੇ ਕਿ ਭੁਗਤਾਨ ਦੇ ਵਿੱਚ, ਪੇਮੈਂਟ ਦੇ ਵਿੱਚ ਬਾਰਦਾਨੇ ਦੀ ਕਮੀ ਜਾਂ ਟਰਾਂਸਪੋਰਟਰ ਜਾਂ ਲੇਬਰ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ। ਅਸੀਂ ਅੰਨਦਾਤਾ ਕਹਿੰਦੇ ਆ ਤਾਂ ਉਹਦੇ ਨਾਲ ਦਾਤਾ ਵਾਲਾ ਵਿਹਾਰ ਵੀ ਹੋਣਾ ਚਾਹੀਦਾ, ਉਹ ਰੁਲੇ ਨਾ। ਬਹੁਤ ਵਾਰੀ ਸਰਕਾਰਾਂ ਨੇ, ਪਿਛਲੀਆਂ ਸਰਕਾਰਾਂ ਨੇ ਅੰਨਦਾਤੇ ਨੂੰ ਰੋਲਿਆ। ਸਾਡੀਆਂ ਦੀਵਾਲੀਆਂ, ਸਾਡੇ ਦੁਸਹਿਰੇ ਮੰਡੀਆਂ 'ਚ ਹੀ ਲੰਘਦੇ ਰਹੇ, ਕਿਉਂਕਿ ਉਹ ਸ਼ਾਇਦ ਜਾਂ ਤਾਂ ਗਰਾਊਂਡ ਰਿਐਲਿਟੀਆਂ ਤੋਂ ਦੂਰ ਸੀਗੇ ਜਾਂ ਫਿਰ ਜਾਣਬੁੱਝ ਕੇ ਨਹੀਂ ਕਰਨਾ ਚਾਹੁੰਦੇ ਸੀ। ਸੋ ਮੈਂ ਤੁਹਾਡੇ ਜ਼ਰੀਏ ਕਹਿਣਾ ਚਾਹੁੰਦਾ, ਇੱਕ ਇੱਕ ਦਾਣਾ ਕਣਕ ਦਾ ਚੁੱਕਿਆ ਜਾਊਗਾ। ਔਰ ਮੈਨੂੰ ਇਹ ਪਤਾ ਲੱਗਿਆ ਕਿ MSP ਤੋਂ 5 ਰੁਪਏ ਉੱਪਰ ਖਰੀਦੀ ਜਾ ਰਹੀ ਹੈ ਪ੍ਰਾਈਵੇਟ ਜਿਹੜੇ ਆੜ੍ਹਤੀਏ ਨੇ, ਕਿਉਂਕਿ ਇਸ ਵਾਰ ਯੂਕਰੇਨ ਦੇ ਵਿੱਚ ਕਾਫੀ ਮੰਗ ਹੋ ਗਈ, ਅਨਾਜ ਦੀ ਕਮੀ ਹੋ ਗਈ ਉੱਥੇ। ਸੋ ਅਸੀਂ ਚਾਹੁੰਦੇ ਹਾਂ ਕਿ MSP ਤੋਂ ਉੱਪਰ ਵੀ ਜੇ ਕੋਈ ਖਰੀਦਦੇ ਆ, ਐਪਰੀਸ਼ੀਏਟ ਕਰਾਂਗੇ, ਉਹਨਾਂ ਨੂੰ ਅਵਾਰਡ ਵੀ ਦੇਵਾਂਗੇ ਤਾਂ, ਔਰ 24 ਘੰਟੇ ਜਾਂ 48 ਘੰਟੇ ਦੇ ਵਿੱਚ ਵਿੱਚ ਉਹਨਾਂ ਦੀ ਪੇਮੈਂਟ ਹੋ ਜੂਗੀ। ਬਿਲਕੁਲ ਸਾਰੀਆਂ ਮੰਡੀਆਂ ਜਿਹੜੀਆਂ 2262 ਮੰਡੀਆਂ ਨੇ, ਸਾਰੀਆਂ ਮੰਡੀਆਂ ਦਾ ਅਸੀਂ ਮੋਨੀਟਰਿੰਗ ਕਰ ਰਹੇ ਹਾਂ, ਹਰ ਰੋਜ਼ ਰਿਪੋਰਟਾਂ ਲੈ ਰਹੇ ਹਾਂ। ਅੱਜ ਕਿੰਨੀ ਆਈ ਹੈ, ਅੱਜ ਕਿੰਨੀ ਲਿਫਟਿੰਗ ਹੋਈ ਹੈ। ਕਈ ਵਾਰੀ ਪੀਕ ਹੁੰਦੀ ਹੈ ਤਾਂ ਲਿਫਟਿੰਗ ਜਿਹੜੀ ਹੈ, ਟਰੱਕ ਘੱਟ ਜਾਂਦੇ ਨੇ, ਟਰਾਂਸਪੋਰਟੇਸ਼ਨ ਘੱਟ ਜਾਂਦੀ ਹੈ, ਉਹਦੇ ਆਲਟਰਨੇਟਿਵ ਵੀ ਅਸੀਂ ਲੱਭੇ ਹੋਏ ਨੇ ਤਾਂ ਕਿ ਮੰਡੀਆਂ ਓਵਰਫਲੋ ਨਾ ਹੋਣ। ਸੋ ਇਸ ਕਰਕੇ ਮੈਂ ਤੁਹਾਨੂੰ ਇਹ ਕਹਿਣ ਆਇਆ ਸੀ ਕਿ ਅੱਜ ਖੰਨੇ, ਕਿਉਂਕਿ ਸਿੰਬੋਲੀਕਲੀ ਖੰਨਾ ਜਿਹੜਾ ਹੈ ਜੀ, ਨਹੀਂ ਇਹਦੇ ਲਈ ਦੇਖੋ ਬਾਹਰਲੇ ਸੂਬਿਆਂ ਤੋਂ ਪਹਿਲਾਂ ਆਉਣ ਨਹੀਂ ਦੇਣੀ ਅਸੀਂ ਇੱਥੇ। ਉੱਥੇ ਕੀ MSP ਹੈ ਨਹੀਂ, ਚਾਹੇ ਬਿਹਾਰ ਹੈ, ਚਾਹੇ UP ਹੈ, ਚਾਹੇ ਬਹੁਤ ਸਾਰੇ ਸੂਬਿਆਂ ਤੋਂ ਆਉਂਦੀ ਸੀ ਪਹਿਲਾਂ। ਅਸੀਂ ਪੁਲਿਸ ਨੂੰ ਸਖਤ ਨਿਰਦੇਸ਼ ਦਿੱਤੇ ਨੇ। ਦੇਖੋ ਜੇ ਸਾਡੀ ਤਾਂ ਚਾਹੇ ਤੁਸੀਂ ਜੇ MSP ਤੋਂ ਉੱਪਰ ਖਰੀਦਦੇ ਹੋ, ਜਿਹੜਾ ਮਰਜ਼ੀ ਖਰੀਦ ਲਓ, ਸਾਨੂੰ ਕੀ ਪ੍ਰੋਬਲਮ ਹੈ। ਮੰਡੀ ਸਾਡੀ ਹੈ, ਪਰ ਮੰਡੀ ਦਾ ਟੈਕਸ ਜਿਹੜਾ ਉਹ ਮੰਡੀ ਕਨ ਬੋਰਡ ਕੋਲੇ ਜਾ ਰਿਹਾ। ਸੋ ਮੈਂ ਜਿਸ ਵੇਲੇ ਜਿਹੜੇ ਬਾਹਰ ਵਪਾਰੀ ਤੇ ਮਿੱਲਾਂ ਵਾਲੇ ਡਾਇਰੈਕਟ ਕਿਸਾਨਾਂ ਕੋਲ ਖਰੀਦ ਰਹੇ ਨੇ ਮੰਡੀ ਤੋਂ ਬਾਹਰ ਸਕਦੇ ਨੇ, ਇਹ 'ਚ ਕਿਹੜੀ ਗੱਲ ਹੈ। ਸਾਨੂੰ ਟੈਕਸ ਦੇਣ, ਉਹ ਸਾਨੂੰ ਟੈਕਸ ਦੇਣ, ਸਾਡੀ ਨਿਰਧਾਰਿਤ ਮੰਡੀ 'ਚੋਂ ਖਰੀਦਣ ਔਰ MSP ਤੋਂ ਉੱਪਰ ਖਰੀਦਣ ਤਾਂ ਕਿਸਾਨ ਖੁਸ਼ ਹੋ ਜਾਊਗਾ। ਉਹ ਸਾਰਾ ਕੁਝ ਅਸੀਂ ਆਨਲਾਈਨ ਕਰਾਂਗੇ, ਸਭ ਕੁਝ ਜੋ ਵੀ ਉਹਨਾਂ ਨੂੰ ਸਰ ਇੱਥੇ ਟੈਕਸ ਤਾਂ ਮੰਡੀ ਦਾ ਲੱਗੂਗਾ, ਉਹਦਾ ਸਾਰਾ ਅਸੀਂ ਪ੍ਰਪੇਅਰ ਕਰਾਂਗੇ। ਤੁਸੀਂ ਸਾਡੇ ਤੇ ਛੱਡ ਦਿਓ, ਸਾਨੂੰ ਸਭ ਕੁਝ ਆਉਂਦਾ ਹੈ, ਸਾਨੂੰ ਸਭ ਕੁਝ ਆਉਂਦਾ ਹੈ। ਕਮਿਸ਼ਨ ਦਾ ਬੜਾ ਚੱਕਰ ਜੁੜੇ ਬਹੁਤ ਰੌਲਾ ਪਿਆ ਮੰਡੀ ਦੇ ਵਿੱਚ ਕਿ ਕਮਿਸ਼ਨ ਲੱਤੀ ਜਾਂਦੀ ਹੈ ਪਰ ਬੋਰੀ ਦੇਵਰ ਵਾਲੇ ਕੋਲ। ਉਹ ਪੁਰਾਣੀਆਂ ਗੱਲਾਂ ਹੋ ਗਈਆਂ, ਹੁਣ ਨਵਾਂ ਜ਼ਮਾਨਾ ਆ ਗਿਆ। ਮੋਗਾ ਤੋਂ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਅੱਜ ਦਾਣਾ ਮੰਡੀ ਮੋਗਾ ਵਿਖੇ ਕਣਕ ਦੀ ਸਰਕਾਰੀ ਖਰੀਦ ਦਾ ਉਦਘਾਟਨ ਕੀਤਾ। ਇਸ ਮੌਕੇ ਉਹਨਾਂ ਨਾਲ ਮੋਗਾ ਦੇ ਸਮੂਹ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਏਜੰਟ ਹਾਜ਼ਰ ਸਨ। ਅੱਜ ਮੋਗਾ ਮੰਡੀ ਵਿੱਚ 2015 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ 250 ਕੁਇੰਟਲ ਕਣਕ ਦੀ ਖਰੀਦ ਕੀਤੀ ਗਈ ਹੈ। ਡਾਕਟਰ ਵਿਧਾਇਕ ਅਮਨਦੀਪ ਕੌਰ ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਅੱਜ ਤੋਂ ਸੂਬੇ ਭਰ ਵਿੱਚ ਕਣਕ ਦੀ ਖਰੀਦ ਸ਼ੁਰੂ ਕਰ ਦਿੱਤੀ ਹੈ ਅਤੇ ਸਮੇਂ ਸਿਰ ਅਦਾਇਗੀ ਕਰਨ ਲਈ ਸਖਤ ਹਦਾਇਤਾਂ ਦਿੱਤੀਆਂ ਨੇ। ਉਹਨਾਂ ਕਿਹਾ ਕਿ ਕਿਸਾਨ, ਆੜ੍ਹਤੀਆਂ, ਮਜ਼ਦੂਰਾਂ, ਟਰਾਂਸਪੋਰਟਰਾਂ ਨੂੰ ਮੰਡੀ ਵਿੱਚ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲੋਂ ਖਰੀਦੀ ਗਈ ਕਣਕ ਦੀ ਢੋਆ ਢੁਆਈ ਲਈ ਟਰਾਂਸਪੋਰਟ ਤੇ ਲੇਬਰ ਦੇ ਪ੍ਰਬੰਧ ਕੀਤੇ ਗਏ ਨੇ ਅਤੇ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿੱਚ ਬੋਰੀਆਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਅੱਜ ਸਾਡੇ ਮੋਗਾ ਮੰਡੀ ਦੇ ਵਿੱਚ ਜਿਹੜੀ ਕਣਕ ਦੀ ਆਮਦ ਹੈ ਜੀ ਉਹ ਸ਼ੁਰੂ ਹੋਈ ਹੈ। ਸੋ ਉਹਦੇ ਜਿਹੜੇ ਇੰਤਜ਼ਾਮ ਹੈ ਉਹ ਦੇਖਣ ਆਏ ਹਾਂ ਅਸੀਂ ਸਾਰੇ ਆਮ ਆਦਮੀ ਪਾਰਟੀ ਵੱਲੋਂ, ਸਾਡੇ ਵਲੰਟੀਅਰ ਸਹਿਬਾਨ ਤੇ ਮੈਂ, ਐਂਡ ਜਿਹੜੇ ਪੂਰੇ ਪੁਖਤਾ ਪ੍ਰਬੰਧ ਕੀਤੇ ਗਏ ਹੈ। ਕਣਕ ਦੀ ਜਿਹੜੀ ਆਮਦ ਅੱਜ ਸਟਾਰਟ ਹੋ ਗਈ ਹੈ। 24 ਤੋਂ ਲੈ ਕੇ 72 ਘੰਟਿਆਂ ਦੇ ਵਿੱਚ ਜਿਹੜੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਆਉਣਗੇ। ਸੋ ਇਸ ਤਰ੍ਹਾਂ ਦੇ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿੱਤਾ। ਸਾਰੇ ਪ੍ਰਬੰਧ ਪੂਰੇ ਪੁਖਤਾ ਤੌਰ ਤੇ ਕੀਤੇ ਗਏ। ਕੁਝ ਦਿਨ ਪਹਿਲਾਂ ਤੁਸੀਂ ਮੰਡੀ ਦਾ ਦੌਰਾ ਕੀਤਾ ਜਿਸ ਵਿੱਚ ਸਾਫ਼ ਸਫਾਈ ਨੂੰ ਲੈ ਕੇ ਵੀ ਗੱਲ ਕੀਤੀ ਗਈ ਸੀ, ਪਰ ਕਿਸਾਨਾਂ ਦਾ ਕਹਿਣਾ ਨਾ ਇੱਥੇ ਪੀਣ ਨੂੰ ਪਾਣੀ ਹੈ, ਨਾ ਇੱਥੇ ਛਾਂ ਹੈ, ਨਾ ਕੋਈ ਰਾਤ ਨੂੰ ਚੌਕੀਦਾਰ ਹੈ, ਸਾਡੀ ਕਣਕ ਚੋਰੀ ਹੁੰਦੀ ਹੈ ਜੀ।
ਸਰ ਅਸੀਂ ਡੀਐਫਸੀ ਸਾਹਿਬ ਨੂੰ ਆਰਡਰ ਦੇਤੇ ਸੀਗੇ ਉਸੇ ਦਿਨ, ਐਂਡ ਸਫਾਈ ਦਾ ਸੈਕੰਡ ਡੇ ਮੈਂ ਖੁਦ ਦੇਖਣ ਆਈ ਸੀਗੀ। ਪਹਿਲੇ ਦਿਨ ਜਦੋਂ ਆਈ ਸੀ ਉਦੋਂ ਸਫਾਈ ਨਹੀਂ ਕੀਤੀ ਗਈ ਸੀ, ਲੇਕਿਨ ਦੂਸਰੇ ਹੀ ਦਿਨ ਮਾਰਨਿੰਗ ਦੇ ਵਿੱਚ ਪੂਰੀ ਸਫਾਈ ਕਰਵਾਈ ਗਈ ਸੀ। ਮੈਂ ਖੁਦ ਇੱਥੇ ਦੇਖ ਕੇ ਗਈ ਆ ਕੇ ਸਫਾਈ ਦਾ, ਐਂਡ ਪੀਣ ਵਾਲੇ ਪਾਣੀ ਦੇ ਵੀ ਪੂਰੇ ਪ੍ਰਬੰਧ ਕੀਤੇ ਗਏ ਆ, ਇੱਥੇ ਟੈਂਕਰਸ ਵਗੈਰਾ ਲਗਵਾਏ ਗਏ ਆ। ਐਂਡ ਇਹ ਮੈਨੂੰ ਸੁਣਨ 'ਚ ਜ਼ਰੂਰ ਆਇਆ ਹੁਣੀ ਕੁਛ ਆੜ੍ਹਤੀਆਂ ਨੇ ਕੰਪਲੇਂਟ ਕੀਤੀ ਹੈ ਕਿ ਰਾਤ ਨੂੰ ਉਹਨਾਂ ਦੀ ਜਿਹੜੀਆਂ ਟੈਪਸ ਵਗੈਰਾ ਸੀਗੀਆਂ ਪਿੱਛੋਂ ਚੋਰੀ ਹੋ ਗਈਆਂ ਨੇ। ਸੋ ਉਸ ਦੇ ਲਈ ਵੀ ਐਸਐਚਓ ਸਾਹਿਬ ਇੱਥੇ ਹੀ ਨੇ ਨਵੀਨ ਜੀ, ਉਹਨਾਂ ਨੂੰ ਵੀ ਕਿਹਾ ਕਿ ਜਿਹੜੇ ਹੈਗੇ ਇੱਥੇ ਪੂਰੇ ਪ੍ਰਬੰਧ ਕੀਤੇ ਜਾਣ ਤਾਂ ਕਿ ਇੱਦਾਂ ਦੀਆਂ ਚੋਰੀਆਂ ਨਾ ਹੋਣ। ਕੁਝ ਕਿਸਾਨਾਂ ਦਾ ਕਹਿਣਾ ਹੈ ਜਦੋਂ ਮੰਡੀ ਦੇ ਗੇਟ ਤੇ ਅਸੀਂ ਕਣਕ ਲੈ ਕੇ ਆਉਂਦੇ ਮੌਚਰ ਬਾਹਰ ਹੋਰ ਨਿਕਲਦਾ ਹੈਗਾ, ਮੰਡੀ 'ਚ ਹੋਰ ਨਿਕਲਦਾ, ਇੰਸਪੈਕਟਰ ਸਾਹਿਬ ਹੋਰ ਕੱਢਦੇ। ਸਰ ਇਸ ਦੇ ਲਈ ਜਿਹੜੇ ਹੈਗੇ ਆ ਇੱਥੋਂ ਦੇ ਪ੍ਰਬੰਧਕ ਕਮੇਟੀ ਹੈਗੀ ਆ ਮੰਡੀ ਬੋਰਡ ਦੀ, ਡੀਐਫਸੀ ਸਾਹਿਬ ਉਹਨਾਂ ਨੂੰ ਵੀ ਇੱਥੇ ਹੀ ਹੈਗੇ ਆ, ਡੀਐਫਸੀ ਸਾਹਿਬ ਨੂੰ ਵੀ ਕਹਿ ਦਿੰਦੇ ਆ ਕਿ ਇੱਦਾਂ ਦਾ ਨਾ ਹੋਵੇ। ਸੋ ਇਹਨਾਂ ਚੀਜ਼ਾਂ ਦਾ ਪੂਰਾ ਧਿਆਨ ਰੱਖਿਆ ਜਾਵੇ। ਸਰ ਬਿਲਕੁਲ ਦੇਖੋ, ਪੰਜਾਬ ਸਰਕਾਰ ਪੂਰਾ ਸਾਥ ਦੇਗੀ ਕਿਸਾਨਾਂ ਦੇ ਨਾਲ ਖੜੇ ਆ, ਪ੍ਰਬੰਧ ਸਾਰੇ ਸਾਡੇ ਹੀ ਹੋਣਗੇ। ਇੱਕ ਗੱਲ ਕਰ ਅਸੀਂ ਆਵਾਰਾ ਪਸ਼ੂਆਂ ਦੀ ਮੈਮ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਇੱਥੇ ਕਿਸਾਨਾਂ ਨੂੰ, ਕੋਈ ਰਾਤ ਨੂੰ ਪਹਿਲੇ ਤੇ ਬੈਠਦੇ ਆ, ਦਿੱਕਤ ਆਉਂਦੀ ਆ, ਆਵਾਰਾ ਪਸ਼ੂ ਅਨਾਜ ਵੀ ਖਰਾਬ ਕਰਦੇ ਆ। ਸਰ ਇਸ ਦੇ ਰਿਗਾਰਡਿੰਗ ਵੀ ਅਸੀਂ ਨਾ ਜਿਹੜੇ ਹੈਗੇ ਆ ਗਊਸ਼ਾਲਾ ਉਹਨਾਂ ਦੇ ਨਾਲ ਕੰਟੈਕਟ ਕਰ ਰਹੇ ਆ। ਇੱਕ ਗਊਸ਼ਾਲਾ ਬਣ ਰਹੀ ਹੈ, ਜਿੰਨੇ ਵੀ ਅਵਾਰਾ ਪਸ਼ੂ ਹੈ ਉਹ ਇਸ ਹਫ਼ਤੇ ਦੇ ਵਿੱਚ ਹੀ ਨੈਕਸਟ ਆਉਣ ਵਾਲੇ ਵੀਕ ਦੇ ਵਿੱਚ ਜਿਹੜੇ ਗਊਸ਼ਾਲਾ ਸ਼ਿਫਟ ਕਰ ਦਿੱਤੇ ਜਾਣਗੇ। ਉਹ ਕਮਿਸ਼ਨਰ ਸਾਹਿਬ ਦੇ ਨਾਲ ਪਿਛਲੀ ਮੀਟਿੰਗ ਦੇ ਵਿੱਚ ਹੀ ਮੇਰੀ ਮੇਨ ਜਿਹੜੀ ਸੀਗੀ ਡਿਸਕਸ਼ਨ ਉਹ ਇਸ ਰਿਗਾਰਡਿੰਗ ਵੀ ਸੀਗੀ ਕਿ ਜਿੰਨੇ ਵੀ ਸਾਡੇ ਮੋਗਾ ਦੇ ਵਿੱਚ ਅਵਾਰਾ ਪਸ਼ੂ ਹੈ ਜਾਂ ਨਾਨ ਮਿਲਕਿੰਗ ਕਾਊਜ਼ ਹੈਗੀਆਂ, ਉਹਨਾਂ ਨੂੰ ਸੜਕਾਂ ਤੋਂ ਆਪਾਂ ਉਠਾ ਕੇ ਉਹਨਾਂ ਨੂੰ ਗਊਸ਼ਾਲਾ ਪ੍ਰੋਪਰ ਉਹਨਾਂ ਦੇ ਲਈ ਪ੍ਰਬੰਧ ਕੀਤੇ ਜਾਣ। ਉਹਨਾਂ ਦੇ ਕਹਿਣ ਦੇ ਮੁਤਾਬਿਕ ਆਲਰੇਡੀ ਜਿਹੜੀਆਂ ਮੋਗੇ ਦੇ ਵਿੱਚ ਗਊਸ਼ਾਲਾ ਹੈਗੀਆਂ ਉੱਥੇ ਕਾਰਪੋਰੇਸ਼ਨ ਨੇ ਉੱਥੇ ਜਿਹੜੀਆਂ ਕਾਊਜ਼ ਉੱਥੇ ਭੇਜੀਆਂ ਹੋਈਆਂ ਨੇ, ਬਟ ਉਹ ਗਊਸ਼ਾਲਾ ਦੀ ਗਿਣਤੀ ਮੋਗਾ ਦੇ ਵਿੱਚ ਘੱਟ ਹੋਣ ਕਰਕੇ ਬਾਹਰਲੀ ਸਾਈਡ ਜਿਹੜਾ ਹੈਗਾ ਫਰੀਦਕੋਟ ਵਾਲੀ ਸਾਈਡ ਗਊਸ਼ਾਲਾ ਬਣ ਰਹੀ ਹੈ। ਸੋ ਉੱਥੇ ਮੋਗਾ ਦੇ ਲਈ ਉਹਨਾਂ ਨੇ ਡਿਮਾਂਡ ਕੀਤੀ ਹੈ। ਸੋ ਜਲਦੀ ਨੈਕਸਟ ਵੀਕ ਜਿਹੜੇ ਹੈਗੀ ਆ ਉਹ ਜਿੰਨੀਆਂ ਵੀ ਆਪਣੇ ਅਵਾਰਾ ਪਸ਼ੂ ਹੈ ਉਹਨਾਂ ਨੂੰ ਉੱਥੇ ਸ਼ਿਫਟ ਕਰ ਦਿੱਤਾ ਜਾਏਗਾ। ਕਿਸ ਤਰ੍ਹਾਂ ਪਹੁੰਚਣਗੇ ਉਹਨਾਂ ਦੇ ਖਾਤੇ 'ਚ? ਸਰ ਜੋ ਮੇਰੇ ਕੋਲ ਇਨਫੋਰਮੇਸ਼ਨ ਹੈ ਉਹਦੇ ਵਿੱਚ ਤਾਂ ਇਹੀ ਹੈ ਕਿ ਜਿਹੜੇ ਜਿੰਨੀ ਵੀ ਕਣਕ ਦੀ ਖਰੀਦਦਾਰੀ ਹੋਏਗੀ ਉਹਦੇ ਪੈਸੇ ਸਿੱਧੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਆਣਗੇ। ਆੜ੍ਹਤੀਆਂ ਦਾ ਕਮਿਸ਼ਨ ਜਿਹੜਾ ਹੈਗਾ ਉਹ 2-2.5% ਹੁੰਦਾ, ਉਹ ਆੜ੍ਹਤੀਆਂ ਦੇ ਕੋਲ ਆਏਗਾ। ਸੋ ਜਿਹੜੇ ਅਡਾਨੀ ਵਾਲਾ ਹੈਗਾ ਉਹਦੇ ਬਾਰੇ ਮੈਨੂੰ ਨੌਲੇਜ ਨਹੀਂ, ਮੈਂ ਪਤਾ ਕਰਕੇ ਫਿਰ ਤੁਹਾਨੂੰ ਦੱਸਾਂਗੀ। ਅੱਜ ਮੇਨ ਜਿਹੜੀ ਮੋਗਾ ਮੰਡੀ ਹੈਗੀ ਉੱਥੇ ਐਮਐਲਏ ਸਾਹਿਬ ਵੀ ਆਏ ਹੈਗੇ ਨੇ ਤੇ ਅੱਜ ਬੋਡੀ ਲੱਗੀ ਹੈਗੀ ਹੈ ਤੇ ਜਿਹੜਾ ਪ੍ਰੋਕਿਊਰਮੈਂਟ ਦਾ ਕੰਮ ਹੈ ਸਟਾਰਟ ਹੋ ਗਿਆ। ਜਿਹੜੀ ਵੀ ਕੋਈ ਢੇਰੀ ਆਏਗੀ ਸਾਫ਼ ਸਫਾਈ ਹੋਏਗੀ, ਵਿਦਿਨ ਸਪੈਸੀਫਿਕੇਸ਼ਨ ਹੋਏਗੀ, ਮੋਇਸਚਰ ਲੈਵਲ ਠੀਕ ਹੋਏਗਾ, ਉਹ ਏਜੰਸੀਆਂ ਜਿੰਨੀਆਂ ਵੀ ਖਰੀਦ ਏਜੰਸੀਆਂ ਹੈਗੀਆਂ ਸਾਰੀਆਂ ਖਰੀਦਣਗੀਆਂ ਤੇ ਉਹਨਾਂ ਨੂੰ ਅਸੀਂ ਟਾਈਮਲੀ ਲਿਫਟ ਵੀ ਕਰਾਵਾਂਗੇ ਤੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੇਮੈਂਟ ਵੀ ਟਾਈਮਲੀ ਕਰਾਵਾਂਗੇ। ਜਿਵੇਂ ਸਾਹਿਬ ਕਿਸਾਨਾਂ ਦਾ ਇਹ ਕਹਿਣਾ ਹੈ ਵੀ ਸਾਨੂੰ ਕੁਝ ਪਰੇਸ਼ਾਨੀ ਆ ਰਹੀਆਂ, ਜਿਸ ਤਰ੍ਹਾਂ ਪਾਣੀ ਨੂੰ ਲੈ ਕੇ ਜਾਂ ਬਾਥਰੂਮ ਨੂੰ ਲੈ ਕੇ ਜਾਂ ਕੋਈ ਛਾਂ ਨੂੰ ਲੈ ਕੇ ਸਮੱਸਿਆ ਆ ਰਹੀਆਂ। ਐਮਐਲਏ ਸਾਹਿਬ ਨੇ ਵੀ ਦੌਰਾ ਕੀਤਾ ਸੀ ਪਰ ਉਹ ਸਮੱਸਿਆ ਦੂਰ ਨਹੀਂ ਹੋਈ। ਉਹਦੇ ਰਿਗਾਰਡਿੰਗ ਜਿਹੜਾ ਹੈਗਾ ਪਹਿਲਾਂ ਵੀ ਜਿਹੜਾ ਮੰਡੀ ਬੋਰਡ ਹੈਗਾ ਇਹਨਾਂ ਨੇ ਕਾਫੀ ਹੱਦ ਤੱਕ ਸਾਰਾ ਕੁਝ ਸਫਾਈ ਵੀ ਕਰਾਈ ਹੈਗੀ ਹੈ, ਬਾਥਰੂਮਾਂ ਦਾ ਪ੍ਰਬੰਧ ਵੀ ਕੀਤਾ, ਪੀਣ ਦੇ ਪਾਣੀ ਦਾ ਵੀ ਕੀਤਾ। ਬਟ ਇਸ ਤੋਂ ਇਲਾਵਾ ਜਿਵੇਂ ਸਾਡੇ ਅੱਜ ਵੀ ਨੌਲੇਜ ਆਈ ਹੈ ਤਾਂ ਮੈਂ ਲਹਿਜਾਈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਉਹਨਾਂ ਦੇ ਵੀ ਨੋਟਿਸ ਲੈ ਕੇ ਆਵਾਂਗੇ। ਜੇ ਕਿਤੇ ਜ਼ਰੂਰਤ ਪੈਂਦੀ ਹੈ ਤਾਂ ਅਸੀਂ ਹੋਰ ਵੀ ਪ੍ਰੋਵਾਈਡ ਕਰਾਂਗੇ। ਭਾਅ ਕਿਸ ਤਰ੍ਹਾਂ ਦੇ ਲੱਗੇ ਜੀ ਅੱਜ ਬਿਲਕੁਲ ਠੀਕ ਹੈ। ਜਿਹੜੀ ਪਨਗ੍ਰੇਨ ਏਜੰਸੀ ਉਹਨਾਂ ਨੇ ਸਟਾਰਟ ਕੀਤਾ ਹੈਗਾ ਜੀ ਤੇ ਉਹਨਾਂ ਨੇ ਭਾਅ ਵੀ ਲਾਇਆ ਹੈਗਾ ਤੇ ਉਹ ਅੱਜ ਉਹਨਾਂ ਦੇ ਖਾਤਿਆਂ ਦੀ ਜਿਹੜੀ ਪੇਮੈਂਟ ਹੈਗੀ ਉਹਦਾ ਵੀ ਕੰਮ ਇਨੀਸ਼ੀਏਟ ਹੋ ਜਾਏਗਾ। ਚਿਮਨ ਸਾਹਿਬ ਕੁਝ ਇੰਨੇ ਦਿਨ ਲੇਟ ਖਰੀਦ ਸ਼ੁਰੂ ਹੋਈ ਹੈ। ਨਹੀਂ, ਕਣਕ ਆਈ ਅੱਜ ਹੈ ਜੀ, 12 ਮੁਕਤਸਰ ਵਾਲੀ ਕਣਕ ਆਈ ਹੈ, 12-13 ਵਾਲੀ ਬਿਲਕੁਲ ਵਧੀਆ ਕਣਕ ਮੰਡੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਤੇ ਅੱਜ ਹੀ ਪਹਿਲੇ ਦਿਨ ਰੇਟ ਲਾਤਾ, ਐਮਐਲਏ ਸਾਹਿਬ ਨੇ ਲਾਤਾ, ਪਨਗ੍ਰੇਨ ਨੇ ਪਰਚੇਜ ਕੀਤੀ। ਕਿੰਨੀ ਕੁ ਕਣਕ ਆਈ ਹੈ ਜੀ? ਹੈ ਕਣਕ ਕਿੰਨੀ ਕੁ ਆਈ ਹੈ ਜੀ? ਕਣਕ 250 ਕੁਇੰਟਲ ਦੇ ਕਰੀਬ ਹੈ ਬਸ। ਕਿੰਨੀ ਖਰੀਦ ਹੋਈ ਹੈ ਜੀ? ਉਹਦੇ ਚੋਂ ਤਕਰੀਬਨ 150 ਦੇ ਕਰੀਬ ਹੋ ਗਈ, 150 ਦੇ ਕਰੀਬ ਹੋ ਗਈ। ਸਰਕਾਰੀ ਰੇਟ ਕੀ ਰੱਖਿਆ ਜੀ? 2015। ਸੈਕਟਰੀ ਸਾਹਿਬ ਕਈ ਕਿਸਾਨਾਂ ਨੂੰ ਇੱਥੇ ਪ੍ਰਾਈਵੇਟ ਵੀ ਵੇਚਣੀ ਪੈ ਰਹੀ ਕਿਉਂਕਿ 2 ਦਿਨ ਪਹਿਲਾਂ ਵੀ ਕੁਝ ਕਿਸਾਨ ਆਏ ਸੀਗੇ, ਉਹਨਾਂ ਦੀ ਖਰੀਦ ਸ਼ੁਰੂ ਨਹੀਂ ਹੋਈ ਸੀ। ਪਰਚੇਜ ਕਰ ਸਕਦਾ ਜੀ ਅਗਲਾ, ਵੱਧ ਪੈਸੇ ਦੇ ਕੇ ਵੱਧ ਰੇਟ ਦੇ ਕੇ ਕਿਸਾਨ ਨੂੰ ਪਰਚੇਜ ਕਰ ਸਕਦਾ ਕਣਕ, ਜੋ ਜ਼ਿਮੀਂਦਾਰ ਸੈਟੀਸਫਾਈ ਹੈ ਉਸ ਰੇਟ ਤੇ, ਪਰ ਸਰਕਾਰ ਨਾਲੋਂ ਵੱਧ ਦਿੰਦੇ ਆ ਉਹ। ਇੱਥੋਂ ਕੰਟੀਨਿਊ ਸ਼ੁਰੂ ਹੋਣੀ? ਹਾਂ, ਕੰਟੀਨਿਊ ਬਿਲਕੁਲ ਸ਼ੁਰੂ ਹੋ ਗਿਆ। ਅੱਜ ਖਰੀਦ ਸ਼ੁਰੂ ਹੋ ਗਿਆ, ਕੱਲ ਲੈ ਕੇ ਆਏ ਸੀਗੇ, 12 ਮਾਰਕੀਟ ਤੱਕ ਭਾਅ ਲਾਈ ਹੈ। ਤੇ ਮੰਡੀ में कोई दिक्कत परेशानी? ਦਿੱਕਤ ਪਾਣੀ ਦੀ ਹੈ ਜਾਂ ਬਾਥਰੂਮਾਂ ਦੀ ਹੈ ਜਾਂ ਵਾਰਾ ਪਸ਼ੂਆਂ ਦੀ ਹੈ, ਗਾਵਾਂ ਗੂਆਂ ਦੀ। ਕੀ ਰੇਟ ਕੀ ਰੱਖਾ ਹੈ ਸਰਕਾਰ? ਜਿਹੜਾ ਗਵਰਨਮੈਂਟ ਦਾ ਭਾਅ ਚੱਲਦਾ। ਤੇ ਅੱਜ ਵਿਕ ਗਿਆ ਆਪਣਾ ਕਣਕ? ਹਾਂਜੀ, ਲਾ ਕੇ ਭਾਅ। ਕਿੰਨਾ ਦਿਨ ਪਹਿਲੇ ਲਾਇਆ था अपने मंडी में? ਕੱਲ ਹੀ ਲੈ ਕੇ ਆਏ।
ਕਿਸਾਨੀ ਸੰਘਰਸ਼ ਦੌਰਾਨ ਕੇਂਦਰ ਸਰਕਾਰ ਵੱਲੋਂ ਮੰਨੀਆਂ ਗਈਆਂ ਮੰਗਾਂ ਪੂਰੀਆਂ ਨਾ ਹੋਣ ਕਾਰਨ ਅੱਜ ਗੁਰਦਾਸਪੁਰ ਵਿਖੇ ਪੰਜਾਬ ਕਿਸਾਨ ਯੂਨੀਅਨ ਵੱਲੋਂ ਇੱਕ ਕਨਵੈਨਸ਼ਨ ਕਰਵਾਈ ਗਈ, ਜਿਸ ਵਿੱਚ ਕਿਸਾਨ ਆਗੂ ਰੋਲਦੋ ਸਿੰਘ ਮਾਨਸਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਤੇ ਸੰਬੋਧਨ ਦੌਰਾਨ ਕਿਸਾਨ ਆਗੂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਉਹਨਾਂ ਦੀਆਂ ਮੰਗਾਂ ਮੰਨੀਆਂ ਸਨ ਉਹ ਅਜੇ ਤੱਕ ਲਾਗੂ ਨਹੀਂ ਕੀਤੀਆਂ ਗਈਆਂ, ਜਿਸ ਕਰਕੇ ਅੱਜ ਇੱਕ ਕਨਵੈਨਸ਼ਨ ਕਰਕੇ ਸੰਘਰਸ਼ ਦੀ ਅਗਲੀ ਰਣਨੀਤੀ ਬਣਾਈ ਗਈ ਹੈ। ਮੇਰਾ ਨਾਮ ਗੁਰਮੀਤ ਸਿੰਘ ਬਖਤਪੁਰਾ ਆ। ਅੱਜ ਦੀ ਕਨਵੈਨਸ਼ਨ ਜਿਹੜੀ ਅਸੀਂ ਕੀਤੀ ਆ, ਇਹ ਜਿਹੜੇ ਦਿੱਲੀ ਦੇ ਅੰਦਰ ਮੋਦੀ ਦੇ ਨਾਲ ਸੰਯੁਕਤ ਕਿਸਾਨ ਮੋਰਚੇ ਦੇ ਸਮਝੌਤੇ ਹੋਏ ਸਨ, ਉਹਨਾਂ 'ਚੋਂ ਬਹੁਤ ਸਾਰੀਆਂ ਮੰਗਾਂ ਅਜੇ ਤੱਕ ਵੀ ਨਹੀਂ ਮੰਨੀਆਂ ਗਈਆਂ। ਲਖੀਮਪੁਰ ਦੇ ਵਿੱਚ ਜਿਹੜਾ ਕਤਲੇਆਮ ਹੋਇਆ ਸੀ, ਉਹਨੂੰ ਜ਼ਮਾਨਤ ਦੇ ਦਿੱਤੀ ਗਈ ਆ। ਆਸ਼ੀਸ਼ ਮਿਸ਼ਰਾ ਨੂੰ, ਉਹਦੇ ਬਾਪ ਨੂੰ ਹਾਲੇ ਤੱਕ ਵੀ ਮੰਤਰੀਸ਼ਿਪ ਤੋਂ ਹਟਾਇਆ ਨਹੀਂ ਗਿਆ। MSP ਬਾਰੇ ਕੋਈ ਕਮੇਟੀ ਨਹੀਂ ਬਣਾਈ ਗਈ। ਔਰ ਜੋ ਚੰਡੀਗੜ੍ਹ ਦਾ ਮਾਮਲਾ, ਭਾਖੜਾ ਬਿਆਸ ਮੈਨੇਜਮੈਂਟ ਦੇ ਵਿੱਚ ਜੋ ਦਖਲਅੰਦਾਜ਼ੀ ਆ, ਪਾਣੀਆਂ ਦੇ ਮਾਮਲੇ 'ਚ ਜੋ ਦਖਲਅੰਦਾਜ਼ੀ ਆ, ਉਹਦਾ ਵਿਰੋਧ ਕਰਨ ਦੇ ਲਈ ਅੱਜ ਦੀ ਜਿਹੜੀ ਕਨਵੈਨਸ਼ਨ ਆ ਉਹ ਬੁਲਾਈ ਗਈ ਆ ਔਰ ਰੂਪ ਰੇਖਾ ਬਣਾਈ ਗਈ ਆ ਕਿ ਅਸੀਂ ਭਵਿੱਖ ਦੇ ਵਿੱਚ ਇਹਦੇ 'ਤੇ ਸੰਘਰਸ਼ ਕਰਾਂਗੇ। ਸਾਡੀ ਜਥੇਬੰਦੀ ਪੰਜਾਬ ਕਿਸਾਨ ਯੂਨੀਅਨ ਨੇ ਕੱਲ੍ਹ ਸਾਰੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਟਰਾਂ 'ਤੇ ਮੁਜ਼ਾਹਰੇ ਕਰਕੇ ਮੰਗ ਪੱਤਰ ਦਿੱਤੇ ਆ ਪ੍ਰਧਾਨ ਮੰਤਰੀ ਦੇ ਨਾਂ 'ਤੇ ਕਿ ਉਹ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਨਾਂ 'ਤੇ, ਪਾਣੀਆਂ ਦੇ ਨਾਂ 'ਤੇ, ਹਰਿਆਣਾ ਔਰ ਪੰਜਾਬ ਦੇ ਰਿਸ਼ਤਿਆਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰਨ, ਕਿਉਂਕਿ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਮੋਦੀ ਜਿਹੜਾ ਆ ਹਰਿਆਣੇ ਦਾ ਲਾਹਾ ਲੈਣਾ ਚਾਹੁੰਦਾ। ਇਹ ਹਰਿਆਣੇ ਦੇ ਲੋਕ ਵੀ ਸਮਝਦੇ ਆ, ਪੰਜਾਬ ਦੇ ਲੋਕ ਵੀ ਸਮਝਦੇ ਆ ਔਰ ਮੋਦੀ ਦੀਆਂ ਸਾਜ਼ਿਸ਼ਾਂ ਨੂੰ ਹਰ ਹਾਲਤ ਦੇ ਵਿੱਚ ਅਸੀਂ ਅਸਫਲ ਬਣਾਵਾਂਗੇ ਔਰ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਾਂਗੇ। ਸਰ, ਜਿਹੜੇ ਮੀਟਰ ਲੱਗਣ ਜਾ ਰਹੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ, ਜਿਹੜੇ ਮੀਟਰ ਲੱਗਣ ਜਾ ਰਹੇ ਆ, ਇਹ ਅਸਲ 'ਚ ਬਿਜਲੀ ਬੋਰਡ ਦੇ ਨਿੱਜੀਕਰਨ ਦੀ ਸ਼ੁਰੂਆਤ ਆ ਕਿ ਜਿਹੜੇ ਬਿਜਲੀ ਬੋਰਡ ਨੂੰ ਕੰਪਨੀਆਂ ਖਰੀਦਣਾ ਚਾਹੁੰਦੀਆਂ ਨੇ, ਉਹਨਾਂ ਦਾ ਦਾਅਵਾ ਆ ਕਿ ਪਹਿਲਾਂ ਸਰਕਾਰ ਇਹਨੂੰ ਮੁਨਾਫੇ 'ਚ ਲਿਆਵੇ ਔਰ ਮੁਨਾਫੇ 'ਚ ਲਿਆਉਣ ਤੋਂ ਬਾਅਦ ਅਸੀਂ ਬਿਜਲੀ ਬੋਰਡ ਖਰੀਦਾਂਗੇ। ਔਰ ਉਸ ਦੌੜ ਦੇ ਵਿੱਚ ਜਿਹੜਾ ਹੈਗਾ ਆ, ਉਹ ਇਹ ਚਿੱਪ ਵਾਲੇ ਮੀਟਰ ਜਿਹੜੇ ਆ ਲਾਉਣ ਦਾ ਪੰਜਾਬ ਦਾ ਮੁੱਖ ਮੰਤਰੀ ਮੋਦੀ ਨਾਲ ਵਾਅਦਾ ਕਰਕੇ ਆਇਆ, ਲੇਕਿਨ ਪੰਜਾਬ ਦੇ ਲੋਕ ਹਰਗਿਜ਼ ਕਿਸੇ ਵੀ ਕੀਮਤ 'ਤੇ ਇਹ ਮੀਟਰ ਜਿਹੜੇ ਆ ਉਹ ਲੱਗਣ ਨਹੀਂ ਦੇਣਗੇ। ਜਿੱਥੇ ਵੀ ਲੱਗੇ ਉਹ ਪੁੱਟ ਕੇ ਬਿਜਲੀ ਬੋਰਡ ਦੇ ਹਵਾਲੇ ਕੀਤੀ ਜਾਣਗੇ। ਹਾਂਜੀ ਸਰ, ਦੱਸ ਦਿਓ ਅੱਜ ਦੀ ਜਿਹੜੀ ਮੀਟਿੰਗ ਹੈ ਉਹਦੇ ਬਾਰੇ ਦੱਸ ਦਿਓ। ਅੱਜ ਦੀ ਕਨਵੈਨਸ਼ਨ ਕਰੀਏ ਅਸੀਂ ਚੇਤਨ ਲੋਕਾਂ ਨੂੰ, ਮਤਲਬ ਵੀ ਗੱਲ ਸਮਝਾਉਣੀ, ਜਥੇਬੰਦੀ ਦਾ ਪ੍ਰੋਗਰਾਮ ਸਮਝਾਉਣਾ, ਉਹ ਸਾਰਾ ਕੁਝ ਅਸੀਂ ਮਤਲਬ ਅੱਜ ਸਮਝਾਇਆ ਹੈਗਾ। ਸਾਡੇ 3-4 ਬੁਲਾਰਿਆਂ ਨੇ ਬੋਲਿਆ ਗਾ, ਸਾਰੀ ਗੱਲਬਾਤ ਰੱਖੀ ਹੈ ਵੀ ਜਥੇਬੰਦੀ ਗਾਹਾਂ ਕਿਵੇਂ ਚਲਾਉਣੀ ਹੈ, ਕੰਮ ਕਿਹੜੇ ਢੰਗ ਨਾਲ ਕਰਨੇ ਨੇ, ਕਿਹੜੇ ਤਰੀਕੇ ਨਾਲ ਗਾਹਾਂ ਸੰਘਰਸ਼ ਕਰਨਾ, ਉਹ ਸਾਰੀ ਗੱਲਬਾਤ ਅੱਜ ਸਮਝਾਈ ਗਈ ਹੈ। ਸਰ, ਜਿਹੜੇ ਮੀਟਰ ਲੱਗ ਰਹੇ ਆ ਜਿਹੜੇ ਹੁਣ ਨਵੇਂ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਚਿੱਪ ਵਾਲੇ ਮੀਟਰ ਬਿਲਕੁਲ ਨਹੀਂ ਲੱਗਣ ਦੇਵਾਂਗੇ, ਜੱਜ ਕੇ ਵਿਰੋਧ ਕਰਾਂਗੇ। ਜੇ ਤਾਂ ਸਾਨੂੰ ਫੜ ਕੇ ਜੇਲ੍ਹ ਜੂਲ੍ਹ 'ਚ ਭੇਜਤਾ ਫਿਰ ਤਾਂ ਭਾਵੇਂ ਲੋਕਾਂ ਨੇ ਲੜਨਾ ਉਸ ਤੋਂ ਬਾਅਦ, ਪਰ ਜਿੰਨਾ ਚਿਰ ਅਸੀਂ ਬਾਹਰ ਬੈਠੇ ਹਾਂ ਕੋਈ ਚਿੱਪ ਵਾਲੇ ਮੀਟਰ ਲੱਗਣ ਦੇਵਾਂਗੇ, ਨਾ ਲੱਗਣ ਦੇਣੇ। ਅੱਜ ਲਈ ਇੰਨਾ ਹੀ। ਸਤਿ ਸ਼੍ਰੀ ਅਕਾਲ, ਧੰਨਵਾਦ।